ਜਦੋਂ ਆਪਣੀ ਓਵਰੀਜ਼ 'ਚ ਹਲਕੀਆਂ ਫੁਲਕੀਆਂ ਗੱਠਾਂ ਜਿਹੜੀਆਂ ਹੈਗੀਆਂ ਉਹ ਬਣਨਾ ਸ਼ੁਰੂ ਹੋ ਜਾਂਦੀਆਂ ਨੇ ਔਰ ਪੀਰੀਅਡਸ ਕਈ ਵਾਰੀ ਰੈਗੂਲਰ ਫਾਰਮ 'ਚ ਨਹੀਂ ਆ ਪਾਉਂਦੇ ਨੇ, ਉਦੋਂ ਇਹ ਬਿਮਾਰੀ ਜਿਹੜੀ ਹੈਗੀ ਆਮ ਤੌਰ ਤੇ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਜਿਹੜਾ ਹੈਗਾ ਹੋਣਾ ਸ਼ੁਰੂ ਹੋ ਜਾਂਦੀ ਹੈ। ਤੇ ਕਈ ਵਾਰੀ ਕੀ ਹੁੰਦਾ ਹੈਗਾ, ਇਹ ਪੀਰੀਅਡਸ ਕੰਟੀਨਿਊਟੀ 'ਚ ਫਲੋ 'ਚ ਨਹੀਂ ਆ ਪਾਉਂਦੇ। ਕਈ ਵਾਰੀ ਕੁੜੀਆਂ ਦਾ ਭਾਰ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ 70-80% ਕਈ ਵਾਰੀ ਇਨਫਰਟੀਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਉਹਨਾਂ ਨੂੰ ਇੱਕ ਸੰਤਾਨ ਚਾਹੀਦੀ ਹੁੰਦੀ ਹੈਗੀ, ਬੱਚੇ ਚਾਹੀਦੇ ਹੁੰਦੇ ਹੈਗੇ, ਤਾਂ ਉਹ ਕਨਸੀਵਿੰਗ 'ਚ ਕਾਫੀ ਪ੍ਰੋਬਲਮ ਆਉਣਾ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਉਹਨਾਂ ਨੂੰ ਮੈਕਸਿਮਮ ਕੇਸਿਸ ਤੇ ਜਿਹੜਾ ਹੈਗਾ ਐਂਟੀ ਡਾਇਬਟਿਕ ਮੈਡੀਸਿਨਸ ਤੇ ਪਾਇਆ ਜਾਂਦਾ ਹੈਗਾ। ਜਿਨ੍ਹਾਂ ਨੂੰ ਇਰੈਗੂਲਰ ਪੀਰੀਅਡਸ ਦੀ ਪ੍ਰੋਬਲਮ ਹੈ, ਉਹਨਾਂ ਨੂੰ ਹਾਰਮੋਨਲ ਇੰਬੈਲੈਂਸ ਵੀ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਬਦਲਦੇ ਲਾਈਫ ਸਟਾਈਲ ਤੇ ਡਾਈਟ ਹੈਬਿਟਸ ਦੇ ਚੱਲਦੇ ਹਾਰਮੋਨਸ ਇੰਬੈਲੈਂਸ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ ਤੇ ਜੇਕਰ ਹਾਰਮੋਨਸ ਇੰਬੈਲੈਂਸ ਦੀ ਸਮੱਸਿਆ ਕਰਕੇ ਦਿੱਕਤਾਂ ਪਰੇਸ਼ਾਨੀਆਂ ਦੀ ਗੱਲ ਕਰੀਏ ਤੇ PCOD ਦੀ ਸਮੱਸਿਆ ਆਮ ਹੀ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦੇ ਇਲਾਜ ਦੀ ਹੁਣ ਜੇ ਇਲਾਜ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦਾ ਦਾ ਜਿਹੜਾ ਇੱਕ ਖਾਸ ਮਹੱਤਵ ਰਿਹਾ ਹੈ ਤੇ ਅੱਜ ਅਸੀਂ ਮੌਜੂਦ ਹਾਂ ਡਾਕਟਰ ਸ਼ਾਰਦਾ ਆਯੁਰਵੇਦਾ ਹਸਪਤਾਲ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਮੁਕੇਸ਼ ਸ਼ਾਰਦਾ। ਅੱਜ ਅਸੀਂ ਉਹਨਾਂ ਨਾਲ ਇਸੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਾਂਗੇ। ਮੈਮ, ਜਦ PCOD ਦੀ ਗੱਲ ਹੁੰਦੀ ਹੈ, PCOD ਦੀ ਸਮੱਸਿਆ ਹੁਣ ਜਿਹੜੀ ਹੈ ਛੋਟੀ ਘੱਟ ਉਮਰਾਂ ਦੀ ਕੁੜੀਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। PCOD ਦਾ ਮੇਨ ਕਾਜ਼ ਕੀ ਹੈ, ਕੀ ਕਾਰਨ ਹੈ? ਜਿੱਦਾਂ ਕਿ ਤੁਸੀਂ ਮੇਰੇ ਤੋਂ ਕੁਐਸਚਨ ਕੀਤਾ ਕਿ PCOD ਦੀ ਪ੍ਰੋਬਲਮ ਜਿਹੜੀ ਹੈਗੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਟਾਰਟ ਹੋ ਗਈ ਹੈ। ਇਹਦਾ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਸਟਾਰਟਿੰਗ ਦੱਸਦਾ ਕਿ PCOD ਹੁੰਦੀ ਕੀ ਹੈਗੀ। ਜਦੋਂ ਆਪਣੀ ਓਵਰੀਜ਼ 'ਚ ਹਲਕੀਆਂ ਫੁਲਕੀਆਂ ਗੱਠਾਂ ਜਿਹੜੀਆਂ ਹੈਗੀਆਂ ਉਹ ਬਣਨਾ ਸ਼ੁਰੂ ਹੋ ਜਾਂਦੀਆਂ ਨੇ ਔਰ ਪੀਰੀਅਡਸ ਕਈ ਵਾਰੀ ਰੈਗੂਲਰ ਫਾਰਮ 'ਚ ਨਹੀਂ ਆ ਪਾਉਂਦੇ ਨੇ, ਉਦੋਂ ਇਹ ਬਿਮਾਰੀ ਜਿਹੜੀ ਹੈਗੀ ਆਮ ਤੌਰ ਤੇ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਜਿਹੜਾ ਹੈਗਾ ਹੋਣਾ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਜਿਵੇਂ 12 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਜਿੰਨੀਆਂ ਵੀ ਬੱਚੀਆਂ ਹੈਗੀਆਂ, ਜਦੋਂ ਉਹਨਾਂ ਨੂੰ ਪੀਰੀਅਡਸ ਜਿਹੜੇ ਹੈਗੇ ਉਹ ਸਟਾਰਟ ਹੋ ਜਾਂਦੇ ਨੇ ਤਾਂ ਕਈ ਵਾਰੀ ਕੀ ਹੁੰਦਾ ਹੈਗਾ, ਇਹ ਪੀਰੀਅਡਸ ਕੰਟੀਨਿਊਟੀ 'ਚ ਫਲੋ 'ਚ ਨਹੀਂ ਆ ਪਾਉਂਦੇ। ਜਿਵੇਂ ਕੁਝ ਮਹੀਨੇ ਗੈਪ ਪੈ ਜਾਂਦਾ ਹੈਗਾ ਜਾਂ ਕਈ ਵਾਰੀ ਇਦਾਂ ਹੁੰਦਾ ਹੈਗਾ ਕਿ ਜਦੋਂ ਪੀਰੀਅਡਸ ਪ੍ਰੋਪਰਲੀ ਆਉਂਦੇ ਹੈਗੇ ਲੇਕਿਨ ਉਹਦਾ ਫਲੋ ਪੂਰੀ ਤਰ੍ਹਾਂ ਨਹੀਂ ਹੋ ਪਾਉਂਦਾ ਹੈਗਾ। ਕਈ ਵਾਰੀ ਇਦਾਂ ਹੁੰਦਾ ਹੈਗਾ ਕਿ 2-2 4-4 ਮਹੀਨਿਆਂ ਦਾ ਵੀ ਗੈਪ ਪੈ ਜਾਂਦਾ ਹੈਗਾ ਔਰ ਉਹਦੇ ਕਾਰਨ ਕੀ ਹੁੰਦਾ ਹੈਗਾ ਕਿ ਇਹਦੇ ਜਿਹੜੇ ਲੱਛਣ ਆਮ ਤੌਰ ਤੇ ਦੇਖਣੇ ਨੂੰ ਮਿਲਦੇ ਨੇ। ਕਈ ਵਾਰੀ ਕੁੜੀਆਂ ਦਾ ਭਾਰ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਨਾਂ ਨੂੰ ਕੋਈ ਰੀਜ਼ਨ ਪਤਾ ਨਹੀਂ ਚੱਲਦਾ ਕਿ ਕਾਹਦੇ ਕਰਕੇ ਜਿਹੜਾ ਹੈਗਾ ਭਾਰ ਜਿਹੜਾ ਹੈਗਾ ਉਹ ਵਧਣਾ ਸ਼ੁਰੂ ਹੋ ਰਿਹਾ। ਕੁਝ ਤੁਸੀਂ ਕੁੜੀਆਂ ਇਦਾਂ ਦੀਆਂ ਵੀ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਚਿਹਰੇ 'ਚ ਬਹੁਤ ਜ਼ਿਆਦਾ ਐਕਸਟਰਾ ਹੇਅਰ ਗਰੋਥ ਹੋ ਜਾਂਦੀ ਹੈ, ਚਿੰਨ 'ਚ ਹੋ ਜਾਂਦੀ ਹੈ ਜਾਂ ਚੀਕਸ 'ਚ ਹੋ ਜਾਂਦੀ ਹੈ, ਉਹਨਾਂ ਨੂੰ ਵੀ PCOD ਦੀ ਸਮੱਸਿਆ ਹੋ ਸਕਦੀ ਹੈਗੀ। ਕੁਝ ਕੁੜੀਆਂ ਇਦਾਂ ਦੀਆਂ ਹੁੰਦੀਆਂ ਹੈਗੀਆਂ ਜਾਂ ਲੇਡੀਜ਼ ਇਦਾਂ ਦੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ ਨੂੰ ਪੀਰੀਅਡਸ ਦੇ ਟਾਈਮ 'ਚ ਬਹੁਤ ਜ਼ਿਆਦਾ ਪੇਨ ਹੁੰਦੀ ਹੈਗੀ ਜਾਂ ਫਲੋ ਘੱਟ ਹੁੰਦਾ ਹੈਗਾ ਜਾਂ ਬਹੁਤ ਜ਼ਿਆਦਾ ਵੀ ਹੋ ਸਕਦਾ ਹੈਗਾ। ਕਈ ਵਾਰੀ ਕਲੋਟਿੰਗ ਹੋਣਾ ਵੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਇਹਦਾ ਜਿਹੜਾ ਸਾਰਿਆਂ ਤੋਂ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੀਵੀਅਰ ਜਿਹੜਾ ਇਹਦਾ ਰਿਪਰਕਸ਼ਨ ਹੈਗਾ, ਉਹ ਜਦੋਂ ਕੁੜੀਆਂ ਦਾ ਜਾਂ ਲੇਡੀਜ਼ ਦੇ ਵਿਆਹ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਹੈਗੀ ਪ੍ਰੋਬਲਮ ਜਿਹੜੀ ਉਹ ਬਹੁਤ ਜ਼ਿਆਦਾ ਫੇਸ ਕਰਨੀ ਪੈਂਦੀ ਹੈ, ਕਿਉਂਕਿ ਇਸ ਕਰਕੇ 70-80% ਕਈ ਵਾਰੀ ਇਨਫਰਟੀਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਉਹਨਾਂ ਨੂੰ ਇੱਕ ਸੰਤਾਨ ਚਾਹੀਦੀ ਹੁੰਦੀ ਹੈਗੀ, ਬੱਚੇ ਚਾਹੀਦੇ ਹੁੰਦੇ ਹੈਗੇ, ਤਾਂ ਉਹ ਕਨਸੀਵਿੰਗ 'ਚ ਕਾਫੀ ਪ੍ਰੋਬਲਮ ਆਉਣਾ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ। ਤਾਂ PCOD ਇੱਕ ਜਦੋਂ ਸਟਾਰਟ ਹੁੰਦੀ ਹੈਗੀ ਉਸ ਲੈਵਲ 'ਚ ਕਈ ਵਾਰੀ ਸਕਿਪ ਹੋ ਜਾਂਦੇ ਨੇ ਪੀਰੀਅਡਸ ਜਾਂ ਕੁਝ ਵੀ ਹੈ ਇੱਦਾਂ ਦੇ ਸਿੰਪਟਮਸ ਆ ਜਾਂਦੇ ਨੇ, ਤਾਂ ਕਈ ਵਾਰੀ ਆਪਾਂ ਉਸ ਚੀਜ਼ ਨੂੰ ਉਸ ਲੈਵਲ 'ਤੇ ਗੰਭੀਰਤਾ ਪੂਰਵਕ ਬਿਮਾਰੀ ਨਹੀਂ ਸਮਝਦੇ ਕਿ ਚਲੋ ਇਹ ਤਾਂ ਨਾਰਮਲ ਹੀ ਚੀਜ਼ ਹੈ, ਜੇ ਮਿਸ ਵੀ ਹੋ ਗਏ ਤਾਂ ਕੋਈ ਗੱਲ ਨਹੀਂ, 2 ਮਹੀਨੇ ਬਾਅਦ ਆ ਜਾਣਗੇ, ਮਹੀਨੇ ਬਾਅਦ ਆ ਜਾਣਗੇ। ਲੇਕਿਨ ਇਹ ਆਮ ਤੌਰ ਤੇ ਜਦੋਂ ਸਮੱਸਿਆ ਬਣੀ ਰਹਿੰਦੀ ਹੈਗੀ, ਲੌਂਗ ਪੀਰੀਅਡਸ 'ਚ ਚੱਲਦੀ ਹੈਗੀ, ਜਦੋਂ ਵਿਆਹ ਹੋ ਜਾਂਦੇ ਨੇ ਉਸ ਤੋਂ ਬਾਅਦ ਇਨਫਰਟੀਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਔਰ ਕੁਝ ਕੇਸਿਸ ਤਾਂ ਇਦਾਂ ਦੇ ਹੁੰਦੇ ਨੇ ਜਿਹੜੇ ਫਰਟੀਲਿਟੀ ਨੂੰ ਪੂਰੀ ਤਰ੍ਹਾਂ ਤੋਂ ਅਚੀਵ ਨਹੀਂ ਕਰ ਪਾਉਂਦੇ, ਫਿਰ ਉਹ IVF ਦੀ ਤਰਫ ਵੀ ਤੁਰਨਾ ਸ਼ੁਰੂ ਹੋ ਜਾਂਦੇ ਨੇ। ਤਾਂ ਇਹ ਜਿਹੜੀ ਬਿਮਾਰੀ ਹੈਗੀ ਇਹ ਬਹੁਤ ਜ਼ਿਆਦਾ ਇੱਕ ਜਿਹੜੀ ਸੀਵੀਅਰ ਰਿਪਰਕਸ਼ਨ ਲੈ ਕਰ ਆਉਂਦੀ ਹੈ, ਉਹ ਫਰਟੀਲਿਟੀ ਦੀ ਤਰਫ ਲੈ ਕਰ ਆਉਂਦੀ ਹੈ ਔਰ ਕੁੜੀਆਂ ਤੇ ਮਹਿਲਾਵਾਂ ਇਸ ਬਿਮਾਰੀ ਨਾਲ ਕਾਫੀ ਗ੍ਰਸਿਤ ਹੁੰਦੀਆਂ ਹੈਗੀਆਂ। ਬਿਲਕੁਲ ਮੈਮ, ਆਲਰੇਡੀ ਤੁਸੀਂ ਦੱਸ ਚੁੱਕੇ ਹੋ ਕਿਸ ਤਰੀਕੇ ਨਾਲ ਜਿਹੜਾ ਇਸ ਦੇ ਬੜੇ ਸੀਰੀਅਸ ਅੱਗੇ ਜਿਹੜੇ ਕੰਸੀਕੁਐਂਸਿਸ ਦੇਖਣ ਨੂੰ ਮਿਲਦੇ ਨੇ ਤੇ ਜੇਕਰ ਗੱਲ ਕੀਤੀ ਹੋਰ ਕੀ ਕੁਝ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਏ, ਕਿਉਂਕਿ ਹਲੇ ਤੁਹਾਡੇ ਵੱਲੋਂ ਵੀ ਗੱਲ ਕਹੀ ਗਈ ਲੋਕਾਂ ਵੱਲੋਂ ਬੜੇ ਹਲਕੇ ਦੇ ਵਿੱਚ ਲਿਆ ਜਾਂਦਾ, ਇਸ ਨੂੰ ਸਿੰਪਟਮਸ ਦਿਖਦੇ ਨੇ ਅਵੋਇਡ ਕਰ ਦਿੱਤੇ ਜਾਂਦੇ ਨੇ, ਤੇ ਇਸ ਦਾ ਆਯੁਰਵੇਦਾ ਦੇ ਵਿੱਚ ਕਿਵੇਂ ਇਲਾਜ ਕੀਤਾ ਜਾਂਦਾ ਹੈ, ਕਿਵੇਂ ਪੋਸੀਬਲ ਹੈ? ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਇਹਦਾ ਵੈਸਟਰਨ
ਨੈਚੁਰੋਪੈਥੀ ਦੇ ਵਿੱਚ ਕੀ ਇਲਾਜ ਹੈਗਾ, ਜਦੋਂ ਕੁੜੀਆਂ ਦੇ ਜਾਂ ਲੇਡੀਜ਼ ਦੇ ਪੀਰੀਅਡਸ ਮਿਸ ਹੋਣਾ ਸ਼ੁਰੂ ਹੋ ਜਾਂਦੇ ਨੇ ਤਾਂ ਹੌਲਾ ਕਰਕੇ ਉਹਨਾਂ ਨੂੰ ਹਾਰਮੋਨਲ ਪਿਲਸ ਦੇ ਉੱਪਰ ਪਾਇਆ ਜਾਂਦਾ ਹੈਗਾ, ਜਿਵੇਂ 4-5 ਦਿਨ ਜਾਂ 7 ਦਿਨ ਜੋ ਵੀ ਮੈਡੀਕਲ ਪ੍ਰੋਟੋਕੋਲਸ ਹੁੰਦੀਆਂ ਨੇ ਉਹਨਾਂ ਨੇ ਆਪਣੀਆਂ ਦਵਾਈਆਂ ਖਾਣਾ ਉਹ ਸ਼ੁਰੂ ਕਰ ਦਿੰਦੀਆਂ। ਲੇਕਿਨ ਬਾਅਦ 'ਚ ਕੀ ਹੁੰਦਾ ਹੈਗਾ, ਇਹ ਸਾਰਾ ਐਂਡੋਕਰਾਈਨ ਸਿਸਟਮ ਜਿਹੜਾ ਹੈਗਾ ਦਵਾਈਆਂ ਦੇ ਸਾਰੇ ਹੀ ਹੋ ਜਾਂਦਾ ਹੈਗਾ। ਜੇ ਤੁਸੀਂ ਦਵਾਈ ਖਾਓਗੇ ਫਿਰ ਪੀਰੀਅਡਸ ਆਣਗੇ, ਜੇ ਦਵਾਈਆਂ ਨਹੀਂ ਖਾਓਗੇ ਤਾਂ ਫਿਰ ਪੀਰੀਅਡਸ ਨਹੀਂ ਆਣਗੇ। ਇਹ ਤਾਂ ਹਾਰਮੋਨਸ ਦੀ ਤਰਫ ਆਪਾਂ ਚਲੇ ਗਏ, ਠੀਕ ਹੈ। ਦੂਜਾ, ਜਿਨ੍ਹਾਂ ਨੂੰ PCOS ਜਾਂ PCOD ਦੀ ਪ੍ਰੋਬਲਮ ਹੁੰਦੀ ਹੈਗੀ, ਕਈ ਵਾਰੀ ਉਹਨਾਂ ਨੂੰ ਮੈਕਸਿਮਮ ਕੇਸਿਸ ਤੇ ਜਿਹੜਾ ਹੈਗਾ ਐਂਟੀ ਡਾਇਬਟਿਕ ਮੈਡੀਸਿਨਸ ਤੇ ਪਾਇਆ ਜਾਂਦਾ ਹੈਗਾ। ਉਹਦੇ ਨਾਲ ਕੀ ਹੁੰਦਾ ਹੈਗਾ ਕਿ ਹੌਲਾ ਕਰਕੇ ਉਹਨਾਂ ਨੂੰ ਕੁਝ ਸਮੇਂ ਲਈ ਰਾਹਤ ਮਿਲ ਜਾਂਦੀ ਹੈ, ਲੇਕਿਨ ਇਹ ਸੰਪੂਰਨ ਚਿਕਿਤਸਾ ਨਹੀਂ ਹੈਗੀ ਕਿਤੇ ਨਾ ਕਿਤੇ, ਕਿਉਂਕਿ ਆਪਾਂ ਨੂੰ ਰੂਟ ਕਾਜ਼ ਨਾਲ ਹੀ ਇਸ ਬਿਮਾਰੀ ਨੂੰ ਕਲੀਅਰ ਕਰਨਾ ਹੈ। ਹੁਣ ਮੈਂ ਤੁਹਾਨੂੰ ਆਯੁਰਵੇਦ ਦਾ ਪੱਖ ਦੱਸਦੀ ਹਾਂ। ਆਯੁਰਵੇਦ ਸਾਰਿਆਂ ਤੋਂ ਪਹਿਲਾਂ ਬਿਲੀਵ ਕਰਦਾ ਹੈਗਾ ਸਾਰੇ ਸਰੀਰ ਦੀ ਕਲੀਨਜ਼ਿੰਗ ਦੇ ਉੱਪਰ, ਸ਼ੋਧਨ ਕਰਨੇ ਦੇ ਉੱਪਰ। ਜਦੋਂ ਆਪਾਂ ਸਾਰੇ ਸਰੀਰ ਨੂੰ ਅੰਦਰੋਂ ਸਾਫ਼ ਕਰਦੇ ਹੈਗੇ, ਸਾਫ਼ ਕਰਨੇ ਤੋਂ ਬਾਅਦ ਆਪਾਂ ਜਿਹੜੀ ਮੈਡੀਕੇਸ਼ਨਸ ਦਿੰਦੇ ਹੈਗੇ ਤਾਂ ਉਹਦੇ ਬਹੁਤ ਅੱਛੇ ਰਿਜ਼ਲਟ ਆਉਂਦੇ ਨੇ। ਆਯੁਰਵੇਦ ਦੇ ਅਕੋਰਡਿੰਗ ਜਿਹੜੀ PCOD ਦੀ ਸਮੱਸਿਆ ਹੈ ਉਹਨੂੰ ਕਫ ਤੇ ਵਾਤਜ ਵਿਆਧੀ ਮੰਨਿਆ ਗਿਆ ਹੈਗਾ, ਤੇ ਆਪਾਂ ਕਫ ਡਾਈਲਿਊਟ ਕਰਨ ਵਾਲੀ ਮੈਡੀਕੇਸ਼ਨਸ ਦਿੰਦੇ ਹੈਗੇ, ਸੋ ਦੈਟ ਜਿਹੜੀ ਬਲਕੀ ਓਵਰੀਜ਼ ਹੁੰਦੀਆਂ ਨੇ ਜਾਂ ਐਨਲਾਰਜਡ ਓਵਰੀਜ਼ ਹੁੰਦੀਆਂ ਨੇ ਜਾਂ ਉਹਨਾਂ ਦਾ ਸਾਈਜ਼ ਕਈ ਵਾਰੀ ਵਧਿਆ ਹੁੰਦਾ ਹੈਗਾ, ਤਾਂ ਉਹ ਜਿਹੜੀ ਐਂਟੀ ਇਨਫਲੇਮੇਟਰੀ ਜਿਹੜੀ ਆਯੁਰਵੈਦਿਕ ਮੈਡੀਸਿਨਸ ਚੱਲਦੀਆਂ ਨੇ ਉਹ ਕਫ ਦੋਸ਼ ਦਾ ਨਿਵਾਰਨ ਕਰਦੀਆਂ ਹਨ, ਔਰ ਜਿੰਨੀ ਅੰਦਰ ਸੋਜ ਆਈ ਹੁੰਦੀ ਹੈਗੀ ਉਸ ਸੋਜ ਨੂੰ ਪੂਰੀ ਤਰ੍ਹਾਂ ਤੇ ਨਿਕਾਲਦੀਆਂ ਹਨ। ਔਰ ਉਹਦੇ ਕਰਨੇ ਦੇ ਨਾਲ ਪੇਸ਼ੈਂਟ ਦਾ weight ਵੀ ਘਟਣਾ ਸ਼ੁਰੂ ਹੋ ਜਾਂਦਾ ਹੈ, ਔਰ ਜਿਹੜੀ ਅਨਵਾਂਟਡ ਫੇਸ਼ੀਅਲ ਹੇਅਰ ਗਰੋਥ ਆਈ ਹੁੰਦੀ ਹੈਗੀ ਉਹ ਵੀ ਠੀਕ ਹੋ ਜਾਂਦੀ ਹੈ। ਪੇਸ਼ੈਂਟ ਦੀ ਬਾਡੀ ਜਦੋਂ ਅੰਦਰੋਂ ਸਾਫ਼ ਹੋ ਜਾਂਦੀ ਹੈ ਤਾਂ ਪੇਸ਼ੈਂਟ ਬਿਲਕੁਲ ਸ਼ਾਂਤ ਹੋ ਜਾਂਦਾ ਹੈਗਾ। ਜਿਹੜਾ ਐਂਡੋਕਰਾਈਨ ਸਿਸਟਮ ਹੈਗਾ, ਜਿਹੜੇ ਹਾਰਮੋਨ ਇੰਬੈਲੈਂਸ ਹੋਏ ਨੇ ਉਹ ਆਪਣੇ ਆਪ ਬਾਡੀ ਜਿਹੜੀ ਹੈਗੀ ਉਹਨਾਂ ਹਾਰਮੋਨਸ ਦੇ ਨਾਲ ਸਿੰਕਰੋਨਾਈਜੇਸ਼ਨ 'ਚ ਆ ਜਾਂਦੀ ਹੈ। ਤਾਂ ਮਾਈਂਡ ਰਿਲੈਕਸਡ ਹੋਣ ਦੇ ਨਾਲ ਕੀ ਹੈ, ਆਪਣੀ ਪੂਰੀ ਗਲੈਂਡਸ ਜਿਹੜੀਆਂ ਨੂੰ ਸਕ੍ਰੀਸ਼ਨ ਹਾਰਮੋਨਸ ਦਾ ਬਹੁਤ ਬੈਲੈਂਸ ਤਰੀਕੇ ਨਾਲ ਕਰਦੀਆਂ ਨੇ। ਉਹਦੇ ਨਾਲ ਕੀ ਹੈਗਾ ਕਿ 28 ਡੇਜ਼ ਦੇ ਬਾਅਦ ਜਿਹੜੇ ਹੈਗੇ ਸਾਈਕਲ ਆਪਣੇ ਆਪ ਨਾਰਮਲ ਹੋਣਾ ਸ਼ੁਰੂ ਹੋ ਜਾਂਦੇ ਹੈਗੇ। ਜਦ PCOD ਦੀ ਗੱਲ ਹੋਈ ਸੀ ਸ਼ੁਰੂਆਤ ਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਹੜੇ ਸਿੰਪਟਮਸ ਦੀ ਗੱਲ ਹੋਈ ਸੀ ਕਿ ਇਰੈਗੂਲਰ ਪੀਰੀਅਡਸ, ਤੇ ਜਿਹੜੇ ਵੀ ਕੋਈ ਵੀ ਕੁੜੀ ਹੈ, ਕੋਈ ਵੀ ਮਹਿਲਾ ਹੈ, ਜੇਕਰ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਇਰੈਗੂਲਰ ਪੀਰੀਅਡਸ ਹੋ ਰਹੇ ਨੇ ਤੇ ਯਾਨੀ ਉਸ ਦਾ ਮਤਲਬ ਇਹੀ ਹੈ ਕਿ ਉਸ ਨੂੰ PCOD ਹੈ। ਤੇ ਇਸ ਦੇ ਹੋਰ ਕੀ ਕੁਝ ਸਿੰਪਟਮਸ ਹੁੰਦੇ ਨੇ? ਜਿਨ੍ਹਾਂ ਨੂੰ ਇਰੈਗੂਲਰ ਪੀਰੀਅਡਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਹਾਰਮੋਨਲ ਇੰਬੈਲੈਂਸ ਵੀ ਹੋ ਸਕਦਾ ਹੈ। ਹੋ ਸਕਦਾ ਉਹਨਾਂ ਦੇ ਹਾਰਮੋਨਸ ਪ੍ਰੋਪਰਲੀ ਸਕ੍ਰੀਟ ਨਹੀਂ ਹੋ ਰਹੇ ਹੋਣ, ਇਹ ਚੀਜ਼ ਵੀ ਹੋ ਸਕਦੀ ਹੈ। ਔਰ PCOD ਜਿਨ੍ਹਾਂ ਨੂੰ ਹੈ ਉਹਨਾਂ ਨੂੰ ਕਿਵੇਂ ਪਤਾ ਚੱਲੇ ਕਿ ਸਾਨੂੰ PCOD ਹੈ ਜਾਂ ਨਹੀਂ ਹੈ, ਤਾਂ ਇਹਦੇ ਸਿੰਪਟਮਸ ਬਹੁਤ ਜ਼ਿਆਦਾ ਹੁੰਦੇ ਹੈਗੇ। ਕਈ ਵਾਰੀ ਇੱਦਾਂ ਦੇ ਪੇਸ਼ੈਂਟਸ ਦਾ weight ਬਹੁਤ ਜਲਦੀ ਵੱਧਦਾ, ਚਾਹੇ ਉਹ ਕੁੜੀਆਂ ਹੋਣ ਚਾਹੇ ਉਹ ਮਹਿਲਾएं ਹੋਣ, ਔਰ ਉਹਨਾਂ ਨੂੰ ਕਈ ਵਾਰੀ ਥਾਇਰਾਇਡ ਵੀ ਨਹੀਂ ਹੁੰਦਾ, ਫਿਰ ਵੀ ਉਹਨਾਂ ਦਾ weight ਜਿਹੜਾ ਹੈਗਾ ਉਹ ਪੁਟ ਔਨ ਬਹੁਤ ਜ਼ਿਆਦਾ ਹੁੰਦਾ ਹੈਗਾ। ਦੂਜੇ ਨੰਬਰ 'ਤੇ ਇੱਦਾਂ ਦੇ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਫੇਸ 'ਤੇ ਫੇਸ਼ੀਅਲ ਹੇਅਰ ਗਰੋਥ ਆਉਣਾ ਸ਼ੁਰੂ ਹੋ ਜਾਂਦੀ ਹੈ। ਕੁਝ ਪੇਸ਼ੈਂਟਸ, ਇਹ ਬਹੁਤ ਘੱਟ ਹੁੰਦਾ ਬਟ ਸਟਿਲ ਹੁੰਦਾ ਹੈਗਾ, ਕੁਝ ਪੇਸ਼ੈਂਟਸ ਦੇ ਬਾਲ ਜਿਹੜੇ ਹੈਗੇ ਲੇਡੀਜ਼ ਦੇ ਜਾਂ ਕੁੜੀਆਂ ਦੇ ਉਹ ਪਤਲੇ ਥਿਨਿੰਗ ਆਫ ਹੇਅਰਸ ਹੋਣਾ ਸ਼ੁਰੂ ਹੋ ਜਾਂਦੇ। ਕੁਝ ਕੁੜੀਆਂ ਦੇ ਜਿਹੜੇ ਬਾਲ ਹੈਗੇ ਉਹ ਸਕੈਲਪ ਤੋਂ ਬਿਲਕੁਲ ਚਲੇ ਜਾਂਦੇ ਨੇ, ਜੜ ਤੋਂ ਵੀ ਚਲੇ ਜਾਂਦੇ ਹੈਗੇ, ਤਾਂ ਉਹਨਾਂ ਨੂੰ ਵੀ PCOD ਦਾ ਸਾਈਨ ਆਪਾਂ ਸਾਇੰਸ 'ਚ ਕੰਸੀਡਰ ਕਰ ਸਕਦੇ ਨੇ। ਕੁਝ ਕੁੜੀਆਂ ਜਾਂ ਮਹਿਲਾਵਾਂ ਨੂੰ ਪੀਰੀਅਡਸ ਜਿਹੜੇ ਹੈਗੇ ਉਹ ਟਾਈਮ ਤਾਂ ਆ ਜਾਂਦੇ ਨੇ ਲੇਕਿਨ ਫਲੋ ਉਹਨਾਂ ਦਾ ਸਹੀ ਨਹੀਂ ਹੁੰਦਾ, ਜਸਟ ਸਟੇਨ ਲੱਗਦੇ ਨੇ ਜਾਂ ਫਿਰ ਪ੍ਰੋਪਰਲੀ ਫਲੋ ਨਹੀਂ ਹੋ ਪਾਉਂਦਾ, ਉਹਨਾਂ ਨੂੰ ਵੀ ਹੋ ਸਕਦਾ। ਕੁਝ ਕੁੜੀਆਂ ਨੂੰ ਬਹੁਤ ਐਕਸੈਸ 'ਚ ਕਲੋਟਿੰਗ ਹੁੰਦੀ ਹੈਗੀ, ਪੀਰੀਅਡਸ ਜਦੋਂ ਆਉਂਦੇ ਹੈਗੇ ਤਾਂ ਬਲੱਡ ਦੇ ਨਾਲ ਕਲੌਟਸ ਆਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ, ਉਹ ਵੀ ਇੱਕ ਇਹਨਾਂ ਚੀਜ਼ਾਂ ਦਾ ਸਾਈਨ ਹੋ ਸਕਦਾ ਹੈਗਾ। ਮਲਟੀਪਲ ਰੀਜ਼ਨਸ ਹੁੰਦੇ ਨੇ, ਮਲਟੀਪਲ ਕਾਰਨ ਹੁੰਦੇ ਨੇ, ਲੇਕਿਨ ਇਹਦਾ ਜਿਹੜਾ ਸਹੀ ਡਾਇਗਨੋਜ਼ ਹੈਗਾ ਉਹ ਹੁੰਦਾ ਹੈਗਾ ਅਲਟਰਾਸਾਊਂਡ ਕਰਵਾ ਕੇ। ਜਦੋਂ ਤੁਸੀਂ ਆਪਣੇ ਪੂਰੇ ਪੇਟ ਦਾ ਅਲਟਰਾਸਾਊਂਡ ਕਰਵਾਓਗੇ ਔਰ ਨਾਲ ਓਵਰੀਜ਼ ਦਾ ਕਰਵਾਓਗੇ ਤਾਂ ਉਹ ਚੀਜ਼ ਤੁਹਾਨੂੰ ਐਗਜ਼ੈਕਟਲੀ ਡਾਇਗਨੋਜ਼ ਹੋ ਜਾਏਗੀ ਕਿ ਤੁਹਾਨੂੰ PCOD ਜਾਂ PCOS ਹੈ ਜਾਂ ਨਹੀਂ ਹੈ। ਅਗਰ ਉਹਦੇ 'ਚ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਔਰ ਤਾਂ ਦੂਜਾ ਆਪਾਂ ਉਹਦੇ ਨਾਲ ਜਿਹੜਾ ਵੇਰੀਐਂਟ ਹੈ ਉਹਨੂੰ ਕੰਸੀਡਰ ਕਰਦੇ ਨੇ ਹਾਰਮੋਨਸ ਦਾ ਇੰਬੈਲੈਂਸ ਹੋ ਜਾਣਾ। ਉਸ ਚੀਜ਼ ਨੂੰ ਆਪਾਂ ਹਾਰਮੋਨਲ ਸਟੱਡੀ ਤੇ ਜਾ ਕੇ ਵੀ ਦੇਖ ਲੈਂਦੇ ਨੇ, ਟੈਸਟ ਵਗੈਰਾ ਕਰਵਾ ਕੇ। PCOD ਦੀ ਗੱਲ ਹੋ ਗਈ। PCOD ਦੀ ਜਿਹੜੀ ਸਮੱਸਿਆ ਹੈ ਬੜੀ ਆਮ ਹੈ, ਬਹੁਤ ਜ਼ਿਆਦਾ ਸੀਵੀਅਰ ਇਹਦੇ ਕੰਸੀਕੁਐਂਸਿਸ ਵੀ ਦੇਖਣ ਨੂੰ ਮਿਲਦੇ ਨੇ। ਤੇ ਹੁਣ ਜੇਕਰ ਗੱਲ ਕੀਤੀ ਜਾਵੇ ਕਿ PCOD ਪਤਾ ਲੱਗ ਜਾਂਦਾ, ਆਇਡੈਂਟੀਫਾਈ ਹੋ ਗਈ, ਕਈ ਲੋਕੀ ਇਲਾਜ ਕਰਵਾਉਣ ਲਈ ਬਾਹਰ ਵੀ ਪਹੁੰਚਦੇ ਨੇ, ਡਾਕਟਰ ਨੂੰ ਵੀ ਮਿਲਦੇ ਨੇ, ਪਰ ਕਈ ਜ਼ਿਆਦਾਤਰ ਸੋਚਦੇ ਨੇ ਕਿ ਘਰੇ ਕਿਵੇਂ ਇਲਾਜ ਕੀਤਾ ਜਾ ਸਕਦਾ, ਘਰੇਲੂ ਉਪਚਾਰ, ਹੋਮ ਰੈਮੇਡੀ ਕੋਈ, ਤੇ ਕੀ ਇਸ ਦਾ ਇਲਾਜ ਉਸ ਤਰੀਕੇ ਨਾਲ ਪੋਸੀਬਲ ਹੈ ਤੇ ਕਿਵੇਂ ਕੀਤਾ ਜਾ ਸਕਦਾ ਹੈ? ਦੇਖੋ, ਪਹਿਲਾਂ ਤਾਂ ਜੇ ਕਿਸੇ ਨੂੰ ਵੀ ਇੱਦਾਂ ਦੀ ਪ੍ਰੋਬਲਮ ਹੈ ਤਾਂ ਮੈਂ ਜ਼ਰੂਰ ਰეკਮੈਂਡ ਕਰੂੰਗੀ ਕਿ ਤੁਸੀਂ ਇੱਕ ਵਾਰੀ ਜਾ ਕੇ ਅਲਟਰਾਸਾਊਂਡ ਕਰਵਾ ਕੇ ਇਸ ਚੀਜ਼ ਨੂੰ ਕਲੀਅਰ ਜ਼ਰੂਰ ਕਰ ਲਓ। ਚਾਹੇ ਤੁਸੀਂ ਸੈਲਫ ਕਰਵਾਓ, ਚਾਹੇ ਕਿਸੇ ਡਾਕਟਰ ਕੋਲ ਜਾ ਕੇ ਕਰਵਾ ਲਓ। ਤੁਹਾਨੂੰ ਐਗਜ਼ੈਕਟਲੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ PCOD ਹੈ ਵੀ ਜਾਂ ਹਾਰਮੋਨਲ ਇੰਬੈਲੈਂਸ ਕਰਕੇ ਪ੍ਰੋਬਲਮ ਆ ਰਹੀ ਹੈ। ਤੇ ਹੁਣ ਆਪਾਂ ਘਰੇਲੂ ਉਪਚਾਰ ਦੀ ਗੱਲ ਕਰੀਏ ਤਾਂ ਘਰਾਂ 'ਚ ਆਪਾਂ ਕੀ ਇੱਦਾਂ ਦਾ ਕਰ ਸਕਦੇ ਹਾਂ। ਸਾਰਿਆਂ ਤੋਂ ਪਹਿਲੇ ਜਿਨ੍ਹਾਂ ਨੂੰ PCOD ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਆਪਣਾ ਵਜ਼ਨ ਘਟਾਉਣਾ ਚਾਹੀਦਾ। ਤੁਸੀਂ
ਆਪਣਾ ਖਾਣੇ 'ਚ ਮਿੱਠੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ, ਕਿਉਂਕਿ ਮਿੱਠੀਆਂ ਚੀਜ਼ਾਂ ਕਫ ਵਰਧਕ ਹੁੰਦੀਆਂ ਹੈਗੀਆਂ ਔਰ ਉਹ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਸਲੋ ਕਰ ਦਿੰਦੀਆਂ ਨੇ, ਤੇ ਉਹਦੇ ਨਾਲ ਕੀ ਹੁੰਦਾ ਹੈਗਾ, ਤੁਹਾਡਾ weight ਵਧੀ ਜਾਏਗਾ। ਜੇ ਮਿੱਠਾ ਖਾਣਾ ਤੁਸੀਂ ਬੰਦ ਕਰੋਗੇ ਤਾਂ ਉਹ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਜਲਦੀ ਦੇਗਾ। ਔਰ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ 2 ਤੋਂ 3 ਕਿਲੋਮੀਟਰ ਰੋਜ਼ ਜਿਹੜੀ ਹੈਗੀ ਬ੍ਰਿਸਕ ਵਾਕ ਕਰਨੀ ਹੈ, ਤੇਜ਼ ਚੱਲਣਾ ਹੈ। ਤੇਜ਼ ਚੱਲੋਗੇ ਤਾਂ ਤੁਹਾਡਾ ਸਾਰਾ ਬਲੱਡ ਫਲੋ ਜਿਹੜਾ ਹੈਗਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਆਰਗਨਸ ਨੂੰ ਐਗਜ਼ੈਕਟਲੀ ਮਿਲੇਗਾ। ਸਾਰੀ ਦੇਰ, ਬਹੁਤ ਜ਼ਿਆਦਾ ਦੇਰ ਮਤਲਬ ਬੈਠੇ ਨਹੀਂ ਰਹਿਣਾ ਹੈਗਾ, ਥੋੜੀ ਦੇਰ ਬਾਅਦ ਤੁਸੀਂ ਕੰਮ ਕਰ ਸਕਦੇ ਹੋ। ਔਰ ਜਿਨ੍ਹਾਂ ਨੂੰ PCOD ਦੀ ਪ੍ਰੋਬਲਮ ਹੈਗੀ ਉਹ ਗਰਮ ਪਾਣੀ ਪੀਣਾ ਸ਼ੁਰੂ ਕਰਨ। ਗਰਮ ਪਾਣੀ ਪੀਣੇ ਦੇ ਨਾਲ ਐਕਸੈਸਿਵ ਮਿਊਕਸ ਜਿਹੜਾ ਹੈਗਾ ਉਹ ਡਰੇਨ ਆਊਟ ਹੋ ਜਾਂਦਾ, ਫੈਟ ਜਿਹੜਾ ਬਰਨ ਹੋ ਜਾਂਦਾ, ਔਰ ਉਹਦੇ ਨਾਲ ਜਿੰਨੀ ਵੀ ਅੰਦਰ ਸਵੈਲਿੰਗ ਜਾਂ ਇਨਫਲੇਮੇਸ਼ਨ ਆਈ ਹੈ ਉਹ ਚੀਜ਼ ਠੀਕ ਹੋ ਜਾਂਦੀ ਹੈ। ਹੁਣ ਜਿਨ੍ਹਾਂ ਮਹਿਲਾਵਾਂ ਜਿਹੜੀਆਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਪੀਰੀਅਡਸ ਖੁੱਲ੍ਹ ਕੇ ਨਹੀਂ ਆ ਪਾਉਂਦੇ, ਉਹਨਾਂ ਨੇ ਕੀ ਰੈਮੇਡੀਜ਼ ਕਰਨੀਆਂ ਨੇ, ਮੈਂ ਉਹਨਾਂ ਲਈ ਤਰੀਕਾ ਦੱਸਦੀ ਹਾਂ। ਜਦੋਂ ਤੁਹਾਡੇ ਪੀਰੀਅਡਸ ਆਉਣਾ ਸ਼ੁਰੂ ਹੋ ਜਾਂਦੇ ਨੇ ਉਸ ਟਾਈਮ 'ਚ ਤੁਸੀਂ 3 ਜਾਂ 5 ਛੁਹਾਰੇ ਲੈ ਕੇ ਉਹਨਾਂ ਨੂੰ ਕੁੱਟੋ ਚੰਗੀ ਤਰ੍ਹਾਂ, ਔਰ ਦੁੱਧ 'ਚ ਉਬਾਲ ਕੇ ਹਰ ਦਿਨ 1 ਗਲਾਸ ਦੁੱਧ ਜਿਹੜਾ ਹੈਗਾ ਉਹ ਛੁਹਾਰਿਆਂ ਵਾਲਾ ਦੁੱਧ ਤੁਸੀਂ ਪੀਣਾ ਸ਼ੁਰੂ ਕਰਨਾ ਹੈ। ਉਹਦੇ ਨਾਲ ਬਲੱਡ ਫਲੋ ਜਿਹੜਾ ਹੈਗਾ ਇਨਕਰੀਜ਼ ਹੋਣਾ ਸ਼ੁਰੂ ਹੋ ਜਾਏਗਾ। ਉਹਨਾਂ ਹੀ ਦਿਨਾਂ 'ਚ ਤੁਸੀਂ ਕੱਚੇ ਪਪੀਤੇ ਦੀ ਸਬਜ਼ੀ ਜਿਹੜੀ ਹੈਗੀ 2-3 ਦਿਨ ਲਗਾਤਾਰ ਖਾ ਸਕਦੇ ਹੋ। ਉਹਦੇ ਨਾਲ ਜਿਤਨੀ ਵੀ ਤੁਹਾਡੀ ਡਿਊ ਟੂ ਐਨੀ ਸੌਰਟ ਆਫ ਬਲੋਕੇਜ ਉੱਥੇ ਹੋਏਗੀ ਜਾਂ ਪੀਰੀਅਡਸ ਦਾ ਫਲੋ ਘੱਟ ਹੈਗਾ ਤਾਂ ਉਹ ਵਧਣਾ ਸ਼ੁਰੂ ਹੋ ਜਾਏਗਾ। ਔਰ ਤੁਸੀਂ ਰਬੜ ਵਾਲੀ ਬੋਟਲ 'ਚ ਗਰਮ ਪਾਣੀ ਕਰਕੇ ਤੁਸੀਂ ਲੋਅਰ ਐਬਡੋਮਨ 'ਚ ਉਹਦੀ ਉਸ ਟਾਈਮ 'ਚ ਸਿਕਾਈ ਵੀ ਕਰ ਸਕਦੇ ਹੋ। ਉਹਦੇ ਨਾਲ ਵੀ ਬਲੱਡ ਕਲੌਟਿੰਗ 'ਚ ਪੀਰੀਅਡ ਦੇ ਫਲੋ 'ਚ ਬਹੁਤ ਅੱਛੇ ਰਿਜ਼ਲਟਸ ਜਿਹੜੇ ਹੈਗੇ ਉਹ ਆਉਣਾ ਸ਼ੁਰੂ ਹੋ ਜਾਣਗੇ। ਔਰ ਮਿੱਠਾ ਤੁਹਾਨੂੰ ਬਿਲਕੁਲ ਬੰਦ ਕਰਨਾ ਪਏਗਾ। ਹੁਣ ਤੁਸੀਂ ਇਸ ਚੀਜ਼ ਨੂੰ ਇਦਾਂ ਸਮਝ ਸਕਦੇ ਹੋ ਕਿ ਦੇਖੋ, ਜਦੋਂ ਤੁਸੀਂ ਵੈਸਟਰਨ ਮੈਡੀਕੇਸ਼ਨਸ 'ਚ ਇਹਦਾ ਟ੍ਰੀਟਮੈਂਟ ਲੈਂਦੇ ਹੋ ਤਾਂ ਤੁਹਾਨੂੰ ਐਂਟੀ ਡਾਇਬਟਿਕ ਮੈਡੀਕੇਸ਼ਨਸ ਚੱਲਦੀਆਂ ਨੇ। ਐਂਟੀ ਡਾਇਬਟਿਕ ਮੈਡੀਕੇਸ਼ਨਸ ਦਾ ਮਤਲਬ ਇਹ ਹੁੰਦਾ ਹੈਗਾ ਕਿ ਉਹਨਾਂ ਨੇ ਤੁਹਾਨੂੰ ਉਹ ਦਵਾਈਆਂ ਦੇਣੀਆਂ ਹੈਗੀਆਂ ਜਿਹੜੀਆਂ ਤੁਹਾਡੇ ਮਤਲਬ ਚੀਨੀ ਦੀ ਮਾਤਰਾ ਨੂੰ ਘਟਾਉਣ, ਸ਼ਰਕਰਾ ਦੀ ਮਾਤਰਾ ਨੂੰ ਕਮ ਕਰਨ। ਤਾਂ ਉਹ ਤੁਸੀਂ ਸਿੰਪਲ ਉਪਾਅ ਇਹ ਕਰ ਸਕਦੇ ਹੋ ਕਿ ਤੁਸੀਂ ਘਰ ਹੀ ਮਿੱਠੀਆਂ ਚੀਜ਼ਾਂ ਖਾਣਾ ਬੰਦ ਕਰ ਦਿਓ, ਤਾਂ ਉਹਦੇ ਨਾਲ ਵੀ PCOD 'ਚ ਬਹੁਤ ਜ਼ਿਆਦਾ ਅੱਛੇ ਰਿਜ਼ਲਟਸ ਜਿਹੜੇ ਹੈਗੇ ਦੇਖਣੇ ਨੂੰ ਮਿਲਦੇ ਨੇ। ਔਰ ਘਿਓ ਖਾਣਾ ਸ਼ੁਰੂ ਕਰੋ। ਦੇਸੀ ਗਾਂ ਦਾ ਘਿਓ ਜਿਹੜਾ ਹੈਗਾ ਜਿੰਨਾ ਤੁਸੀਂ ਖਾ ਸਕਦੇ ਹੋ, ਪਚਾ ਸਕਦੇ ਹੋ, ਉਹ ਤੁਹਾਡੇ ਲਈ ਬਹੁਤ ਹੀ ਅੱਛੀ ਐਜ਼ ਅ ਮੈਡੀਕੇਸ਼ਨ ਕੰਮ ਕਰੇਗਾ, ਕਿਉਂਕਿ ਜਿੰਨੀ ਵੀ ਓਵਰੀਜ਼ 'ਚ ਜਾਂ ਟਿਊਬਸ 'ਚ ਸਵੈਲਿੰਗ ਆਈ ਹੋਏਗੀ ਉਹ ਸਾਰੀ ਦੀ ਸਾਰੀ ਸਵੈਲਿੰਗ ਜਿਹੜੀ ਹੈਗੀ ਨਿਕਲਣਾ ਸ਼ੁਰੂ ਹੋ ਜਾਏਗੀ। ਕਿਤੇ ਬਲੋਕੇਜ ਹੋਏਗੀ ਤਾਂ ਬਲੋਕੇਜ ਆਟੋਮੈਟਿਕਲੀ ਖੁੱਲਣਾ ਸ਼ੁਰੂ ਹੋ ਜਾਏਗੀ। ਬਿਲਕੁਲ ਮੈਮ, ਇਸ ਦੇ ਨਾਲ ਹੀ ਇੱਕ ਹਮੇਸ਼ਾ ਇਹ ਵੀ ਸਵਾਲ ਜਿਹੜਾ ਕਈ ਵਾਰੀ ਆਉਂਦਾ ਹੈ ਹਰ ਲੋਕਾਂ ਦੇ ਮਨ ਦੇ ਵਿੱਚ, ਜੋ ਮੈਰਿਡ ਮਹਿਲਾਵਾਂ ਨੇ ਉਹਨਾਂ ਨੂੰ ਇਨਫਰਟੀਲਿਟੀ ਦੀ ਸਮੱਸਿਆ ਹੋ ਜਾਂਦੀ ਹੈ, ਤੇ ਉਸ ਦਾ ਆਯੁਰਵੇਦਾ ਦੇ ਵਿੱਚ ਕਿਵੇਂ ਇਲਾਜ ਸੰਭਵ ਹੈ, ਕਿਵੇਂ ਕੀਤਾ ਜਾਂਦਾ ਹੈ? ਜੀ, ਇਨਫਰਟੀਲਿਟੀ ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਆਮ ਹੁੰਦੀ ਜਾ ਰਹੀ ਹੈਗੀ, ਔਰ ਇਹਦਾ ਜਿਹੜਾ ਰੂਟ ਕਾਜ਼ ਹੈ ਉਹ ਰੂਟ ਕਾਜ਼ ਇਹ ਹੈਗਾ ਕਿ ਉਹਨਾਂ ਨੂੰ ਕਾਫੀ ਟਾਈਮ ਪੁਰਾਣੀ ਇਹ ਸਮੱਸਿਆ ਹੁੰਦੀ ਹੈ। ਜਦੋਂ ਉਹਨਾਂ ਨੂੰ ਪੀਰੀਅਡਸ ਆਉਣਾ ਸ਼ੁਰੂ ਹੁੰਦੇ ਨਾ, ਉਦੋਂ ਹੀ ਰੈਗੂਲਰ ਪੀਰੀਅਡਸ ਜਾਂ ਹੈਵੀ ਕਲੌਟਿੰਗਸ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣਾ ਸ਼ੁਰੂ ਹੋ ਜਾਂਦੀਆਂ, ਤੇ ਜਦੋਂ ਓਵਰ ਦਾ ਪੀਰੀਅਡ ਇੱਕ ਬਿਮਾਰੀ ਹੌਲੇ ਬਾਡੀ ਦੇ ਵਿੱਚ ਬਣਦੀ ਜਾਂਦੀ ਹੈ ਜਦੋਂ ਆਪਾਂ ਉਸ ਚੀਜ਼ ਦਾ ਪੂਰਾ ਇਲਾਜ ਨਹੀਂ ਕਰਦੇ। ਤੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਤੇ ਸਾਰਿਆਂ ਦਰਸ਼ਕਾਂ ਨੂੰ ਕਿ ਆਯੁਰਵੇਦ ਦੇ ਵਿੱਚ ਇਨਫਰਟੀਲਿਟੀ, PCOD ਜਾਂ PCOS ਕਰਕੇ ਜਿਤਨੀ ਵੀ ਤਰ੍ਹਾਂ ਦੀ ਇਨਫਰਟੀਲਿਟੀ ਹੁੰਦੀ ਹੈਗੀ ਉਹਦਾ ਬਹੁਤ ਹੀ ਅੱਛਾ ਸੁਗਮ ਔਰ ਸਫਲ ਇਲਾਜ ਜਿਹੜਾ ਹੈਗਾ ਉਹ ਅਵੇਲੇਬਲ ਹੈ। ਔਰ ਕੋਈ ਵੀ ਟ੍ਰੀਟਮੈਂਟ ਜਿਹੜਾ ਹੈਗਾ ਬਿਲਕੁਲ ਪੇਨਫੁਲ ਨਹੀਂ ਹੁੰਦਾ ਹੈਗਾ, ਕਿਉਂਕਿ ਇਦਾਂ ਦੀ ਜਿਤਨੀ ਵੀ ਮਹਿਲਾਵਾਂ ਹੈਗੀਆਂ ਵਿਚਾਰੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਕਸ਼ਟ ਜਿਹੜੇ ਹੈਗੇ ਅੱਗੇ ਚੱਲ ਕੇ ਝੱਲਣੇ ਪੈਂਦੇ ਨੇ, ਕਿਉਂਕਿ ਕਾਫੀ ਹੈਵੀ ਇਨਵੈਸਟੀਗੇਸ਼ਨਸ ਉਸ ਲੈਵਲ ਦੀਆਂ ਹੋ ਜਾਂਦੀਆਂ ਜਿਹੜੀਆਂ ਪੇਨਫੁਲ ਹੁੰਦੀਆਂ ਹੈਗੀਆਂ, ਔਰ IVF ਪ੍ਰੋਸੀਜਰ ਉਹਨਾਂ ਲਈ ਫਿਰ ਲਾਸਟ ਇੱਕ ਆਸ ਬਣ ਜਾਂਦੀ ਹੈ। ਤਾਂ ਮੈਂ ਇਦਾਂ ਦੇ ਸਾਰੇ ਜਿਤਨੇ ਵੀ ਪੇਸ਼ੈਂਟਸ ਹੈਗੇ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਸ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਤੁਹਾਨੂੰ ਇੱਕ ਵਾਰੀ ਆਯੁਰਵੇਦ ਜ਼ਰੂਰ ਟਰਾਈ ਕਰਨਾ ਚਾਹੀਦਾ, ਕਿਉਂਕਿ ਇਹ ਬਹੁਤ ਹੀ ਅੱਛੀ ਇੱਕ ਪੈਥੀ ਹੈਗੀ ਜਿਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ, ਔਰ ਇਹਦੇ ਨਾਲ ਤੁਸੀਂ ਆਉਣੇ ਵਾਲੇ ਟਾਈਮ 'ਚ ਹੋਣੇ ਵਾਲੀਆਂ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਡਾਕਟਰ ਮੁਕੇਸ਼ ਸ਼ਾਰਦਾ ਜੀ ਨਾਲ, ਜੋ ਅੱਜ ਦਾ ਟੌਪਿਕ ਸੀ ਕਿ PCOD ਦੀ ਸਮੱਸਿਆ, ਜੀ ਹਾਂ, ਹਾਰਮੋਨਸ ਇੰਬੈਲੈਂਸ ਕਰਕੇ ਜੋ PCOD ਦੀ ਸਮੱਸਿਆ ਬੜੀ ਆਮ ਹੋ ਗਈ ਹੈ, ਉਸ ਨੂੰ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਿਵੇਂ ਕਰਨਾ ਹੈ, ਉਸ ਤੋਂ ਇਲਾਵਾ ਉਸ ਦਾ ਇਲਾਜ ਕਿਵੇਂ ਸੰਭਵ ਹੈ, ਕਿਵੇਂ ਅਗਰ ਇਲਾਜ ਸਮੇਂ ਸਿਰ ਨਾ ਕਰਵਾਇਆ ਜਾਵੇ ਤੇ ਕਿਵੇਂ ਜਿਹੜਾ ਫਿਊਚਰ ਦੇ ਵਿੱਚ ਹੋਰ ਵੀ ਗੰਭੀਰ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਸਕਰੀਨ ਤੇ ਇਸ ਟਾਈਮ ਜਿਹੜਾ ਹੈ ਡਾਕਟਰ ਸ਼ਾਰਦਾ ਆਯੁਰਵੇਦਾ ਹਸਪਤਾਲ ਦਾ ਜਿਹੜਾ ਐਡਰੈਸ ਵੀ ਸ਼ੋ ਹੋ ਰਿਹਾ, ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਨੰਬਰਸ ਨੇ ਉਹ ਵੀ ਸ਼ੋ ਹੋ ਰਹੇ ਨੇ। ਤੁਹਾਡੇ ਜੇਕਰ ਕੋਈ ਵੀ ਡਾਊਟਸ ਨੇ, ਤੁਹਾਡੇ ਘਰ ਦੇ ਵਿੱਚ ਵੀ ਕਿਸੇ ਨੂੰ ਇਹੋ ਜਿਹੀ ਸਮੱਸਿਆ ਹੈ, ਤੁਹਾਨੂੰ ਸਮੱਸਿਆ ਹੈ, ਤੇ ਅੱਜ ਹੀ ਜਿਹੜਾ ਤੁਸੀਂ ਕੰਟੈਕਟ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।